देवानंद साडे नाल लाइव जुड़ रहे। देवानंद की अपडेट संघर्ष की अगली रणनीति नूं लैके कोई ऐलान होया जां होना बाकी है, जां इस तो इलावा कोई बैठक चल रही है, कोई खास मीटिंग चल रही है? नवजोत बिल्कुल गल करिए तो तकरीरां ने सारिया एक दूजे तो होई कर रहे हैं तो रह की जा रही है। साडा ने इतों सिंह साहब किस तरह तकरीरां हो रही ने, गल करिए फैसला की फैसला लिया जा सकता? सरकार टाइम मंगती सी, हुण की लगता तुहानूं अगला फैसला की ले सकदा? सिख संगत च बहुत ज़्यादा रोस आ जी पिछले 7 सालों का, तो जितों ताईं हैगा सरकार नूं समा देना नहीं बनदा गा, क्योंकि 3 महीनों का भी उन्होंने आपदी मर्जी नाल लिया, असीं नहीं दिता सीगा उन्हां नूं। असीं उदों दे निरंतर सड़कों ते बैठे आ, सुखराज सिंह आ, भाई साधू सिंह आ, सारे परिवार इत्थे बैठे आ। ते जिहड़ी गल हुण सरकार मौजूदा साडे लई जिहड़े फैसले लिया रही है जां आपदे डिपार्टमेंटां दे चौधे दे रही आ, ਉਹਦੇ ਵਿੱਚ ਜਿਹੜਾ ਜਿਨ੍ਹਾਂ ਨੂੰ ਨਵਾਜਿਆ ਜਾ ਰਿਹਾ, ਜੇ ਮੌਕੇ ਤੇ ਫਰੀਦਕੋਟ ਮੁੱਖ ਅਫਸਰਾਂ ਦੀ ਗੱਲ ਕਰੀਏ ਤੇ ਉਹ ਬੇਅਦਬੀ ਦੇ ਵਿੱਚ ਜਿਹੜੇ ਦੋਸ਼ੀ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਹੋਣ, ਇਹ ਸਾਨੂੰ ਇਹ ਜਤਾਉਣਾ ਚਾਹੁੰਦੇ ਆ ਵੀ ਅਸੀਂ ਗੋਲੀਆਂ ਮਾਰਨ ਨੂੰ ਫੇਰ ਤਿਆਰ ਖੜੇ ਆ। ਤੁਹਾਨੂੰ ਇਹਦਾ ਮਤਲਬ ਤਾਂ ਇਹੀ ਆ ਵੀ ਜਾਂ ਤਾਂ ਸਾਡੇ ਤੇ ਦਬਾਅ ਪਾਉਣਾ ਚਾਹੁੰਦੇ ਆ ਤੇ ਜਾਂ ਸਾਨੂੰ ਇਹਨਾਂ ਨੂੰ ਡਰਾਉਣਾ ਚਾਹੁੰਦੇ ਆ, ਹਨਾ ਵੀ ਜਿਹੜੀ ਵੀ ਗੱਲ ਆ। ਤੇ ਦੂਜੀ ਗੱਲ ਸਿੱਖ ਸੰਗਤ ਇਕੱਤਰ ਹੈ ਇੱਥੇ, ਇਸ ਗੱਲ ਦੇ ਵਿੱਚ ਕਿਸੇ ਨੂੰ ਕੋਈ ਦੋ ਰਾਏ ਨਹੀਂ ਗੀਆਂ। ਅਸੀਂ ਟਾਈਮ ਸਰਕਾਰ ਨੂੰ ਦੇਣਾ ਨਹੀਂ ਚਾਹੁੰਦੇਗੇ ਤੇ ਸਿੱਖ ਸੰਗਤ ਅੱਗੇ ਜਿਵੇਂ ਵੀ ਇਸੇ ਫੈਸਲਾ ਕਰਦੇ ਆ ਕਿਵੇਂ ਹੁੰਦਾਗਾ ਉਹ ਸਾਰੀ ਸਿੱਖ ਸੰਗਤ ਤੇ ਨਿਰਭਰ ਆ, ਪਰ ਜ਼ਿਆਦਾਤਰ ਸਿੱਖ ਸੰਗਤ ਦੇ ਇਹੀ ਆ ਵੀ ਇਹਨਾਂ ਨੂੰ ਸਮਾਂ ਨਾ ਦਿੱਤਾ ਜਾਵੇ। ਤੇ ਦੂਜੀਆਂ ਜਿਹੜੀਆਂ ਗੱਲਾਂ ਜਿਵੇਂ ਏਜੀ ਲਾਤਾ, ਹੁਣ ਏਜੀ ਨੂੰ ਲਾਉਣ ਦਾ ਮਤਲਬ ਵੀ ਇਹੀ ਆ ਵੀ ਹੁਣ ਮੰਨ ਕੇ ਚਲੋ ਇੱਕ ਬੰਦਾ ਪਹਿਲਾਂ ਪੈਰੋਕਾਰ ਹੋਵੇ ਡੇਰੇ ਦਾ, ਡੇਰੇ ਨਾਲ ਸਿਆਸੀ ਪਾਰਟੀਆਂ ਸਾਰੀਆਂ ਜੁੜੀਆਂ ਹੋਣ, ਉਹ ਸਾਡਾ ਪੱਖ ਕਿਵੇਂ ਰੱਖੂਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ? ਹੁਣ ਕੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਜਿਹੜੀ ਮੱਲ ਕੇ ਹੋਈ ਸੀ ਉਹਦੇ 'ਚ ਦੋਸ਼ੀਆਂ ਨੂੰ ਸਜ਼ਾ ਵੀ ਦਵਾਤੀ ਸਰਕਾਰ ਨੇ, ਅਦਾਲਤ ਨੇ ਦਿੱਤੀ 3-3 ਸਾਲ ਦੀ ਸਜ਼ਾ, ਸ਼ਾਮ ਨੂੰ ਉਹਨਾਂ ਨੂੰ ਜ਼ਮਾਨਤ ਮਿਲ ਗਈ, ਬਾਹਰ ਆ ਗਏ। ਹੁਣ ਉਹ ਗੁਰਸੇਵਕ ਸਿੰਘ ਫੌਜੀ ਜਿਹੜਾ ਮੌਕੇ ਤੇ ਮੇਨ ਗਵਾਹ ਸੀ ਉਹਨਾਂ ਨੂੰ ਝੱਗੇ ਚੱਕ ਵਿਖਾਉਂਦੇ ਆ, ਕਿਤੇ ਇੱਥੇ ਨਾਮ ਚਰਚਾ ਹੋ ਰਹੀ ਆ, ਕਿਤੇ ਉੱਥੇ ਹੋ ਰਹੀ ਆ। ਜੇ ਉਹ ਅਸਲ ਦੋਸ਼ੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੈਗਾ, ਜੇ ਸਰਕਾਰ ਮੰਨਦੀ ਆ, ਜੇ ਉਹਨਾਂ ਨੂੰ ਅਸਲ ਦੋਸ਼ੀ ਪਾਇਆ ਤੇ ਫਿਰ ਇੱਥੇ ਨਾਮ ਚਰਚਾ ਦਾ ਕੋਈ ਮਤਲਬ ਨਹੀਂ ਬਣਦਾਗਾ ਕਿ ਸਿੱਖਾਂ ਨੂੰ ਚੜਾਉਣ ਵਾਸਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ। ਇਹ ਬਾਈ ਸਾਰਾ ਕੁਝ ਸਿੱਖਾਂ ਨੂੰ ਚੜਾਉਣ ਵਾਸਤੇ, ਇਹ ਕੋਈ ਵੀ ਸਰਕਾਰ ਸਾਡੇ ਵਾਸਤੇ ਜ਼ਖਮਾਂ ਤੇ ਮਲਮ ਲਾਉਣ ਲਈ ਨਹੀਂ ਆਉਂਦੀਗੀ, ਸਾਰੇ ਜ਼ਖਮ ਚੇੜਨ ਵਾਸਤੇ। ਟਾਈਮ ਨਹੀਂ ਦਿੱਤਾ ਜਾਣਾ ਚਾਹੀਦਾ, ਉਹ ਕਹਿੰਦੇ ਟਾਈਮ ਨਹੀਂ ਦੇਣਾ ਚਾਹੀਦਾ ਸਰਕਾਰ ਨੂੰ, ਨਹੀਂ ਦੇਣਾ ਚਾਹੀਦਾ ਜੀ, ਨਹੀਂ ਦੇਣਾ ਚਾਹੀਦਾ। ਮੇਰੀ ਪਰਸਨਲ ਰਾਏ ਆ ਇਹ, ਬਿਲਕੁਲ ਕੀ ਪਰਸਨਲ ਰਾਏ ਆ, ਟਾਈਮ ਨਹੀਂ ਦਿੱਤਾ ਜਾਣਾ ਚਾਹੀਦਾ। ਗੱਲ ਕਰੀਏ ਤਕਰੀਰਾਂ ਦੀ, ਟਾਈਮ ਮੰਗਦੀ ਸਰਕਾਰ 6 ਮਹੀਨੇ ਦਾ, ਗੁਰੂ ਗ੍ਰੰਥ ਸਾਹਿਬ ਬੇਅਦਬੀ 7 ਸਾਲ ਹੋ ਗਏ ਨੇ, ਤੁਹਾਨੂੰ ਲੱਗਦਾ ਵੀ ਟਾਈਮ ਦੇਣਾ ਚਾਹੀਦਾ ਕਿਉਂਕਿ ਇੰਨਾ ਵਕਤ ਪਹਿਲਾਂ ਹੋ ਗਿਆ? ਦੇਖੋ ਜਦੋਂ ਇਹ ਸੱਤਾ 'ਚ ਨਹੀਂ ਸੀ ਉਦੋਂ ਕਹਿੰਦੇ ਸੀ ਅਸੀਂ ਇਸ ਫੈਸਲਾ ਅਸੀਂ 1 ਘੰਟੇ 'ਚ ਕਰ ਦੇਵਾਂਗੇ। ਹੁਣ ਸਰਕਾਰ ਬਣੀ ਨੂੰ ਕਿੰਨਾ ਟਾਈਮ ਹੋ ਗਿਆ? ਪਹਿਲਾਂ ਇਹਨਾਂ ਨੇ ਮਤਲਬ 1 ਮਹੀਨੇ ਕਰਦੇ ਅੱਜ ਮਤਲਬ 4 ਮਹੀਨੇ ਪੂਰੇ ਹੋਣ ਵਾਲੇ ਆ। ਪਿਛਲੀ ਵਾਰ ਜਿਹੜੇ ਇਹਨਾਂ ਦੇ ਵਕੀਲ ਸਰਕਾਰ ਦੇ ਆਏ ਸੀਗੇ, ਇਹਨਾਂ ਨੇ ਭੇਜੇ ਸੀਗੇ, ਉਹ ਕਹਿੰਦੇ ਸੀ ਵੀ ਅਸੀਂ ਤੁਹਾਨੂੰ ਮਤਲਬ ਸਾਨੂੰ ਬਸ ਇਸ ਵਾਰ ਟਾਈਮ ਦੇ ਦਿਓ, ਅਸੀਂ ਜਿਹੜੀਆਂ ਦੋਨੇ FIRs ਆ ਇਹਨਾਂ ਨੂੰ ਜੁਆਇੰਟ ਕਰਕੇ ਅਸੀਂ ਜਿਹੜਾ ਆ ਵੀ ਦੋਸ਼ੀ ਕਰਾਂਗੇ ਅੰਦਰ। ਤੁਸੀਂ ਦੇਖੋ ਵੀ ਇਹ 'ਚ ਦੋਸ਼ੀ ਕੌਣ ਆ? ਇਹਦੇ ਵਿੱਚ ਜਿਹੜਾ ਮੁੱਖ ਦੋਸ਼ੀ ਹੈ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਉਸ ਤੋਂ ਬਾਅਦ ਸਮੇਧ ਸੈਣੀ, ਉਸ ਤੋਂ ਬਾਅਦ ਉਮਰਾ ਨੰਗਲ, ਉਸ ਤੋਂ ਬਾਅਦ ਚਰਨਜੀਤ ਸ਼ਰਮਾ, ਉਸ ਤੋਂ ਬਾਅਦ ਜਿਹੜੀ ਕਹਿੰਦੇ ਆ ਵੀ ਉਹ ਜਿਹੜੀ ਪੁਲਿਸ ਸੀ ਜਿਹਨਾਂ ਦਾ ਕੋਈ ਨਾਂ ਹੀ ਨਹੀਂ ਸੀ, ਕੋਈ ਪਤਾ ਹੀ ਨਹੀਂ ਸੀ ਕਿਹੜੀ ਪੁਲਿਸ ਸੀਗੀ, ਇਹ ਦੋਸ਼ੀ ਆ। ਦੂਜੀ ਜਿਹੜੀ ਬੇਅਦਬੀ ਕਰਵਾਈ ਉਹਦੇ ਵਿੱਚ ਸੌਦਾ ਸਾਧ, ਉਹਦੀ 35 ਮੈਂਬਰੀ ਟੀਮ, ਫਿਰ ਜਿਹੜਾ ਬਿੱਟੂ ਸੀ ਜਿਹਦਾ ਕਤਲ ਹੋਇਆ, ਇਹ ਸਾਰੇ ਉਹਦੇ ਸੀਗੇ। ਬਿਲਕੁਲ ਗੱਲ ਕਰੀਏ ਤਾਂ ਬੇਅਦਬੀ ਦੀ ਗੱਲ ਕਰੀਏ, ਬੇਅਦਬੀ ਬਾਅਦ ਜਦੋਂ ਗੋਲੀ ਚੱਲਦੀ ਇੱਥੇ ਜਿਹੜੇ 2 ਸਿੰਘ ਸ਼ਹੀਦ ਹੁੰਦੇ ਨੇ, ਟੈਕਨੀਕਲੀ ਗੱਲ ਕਰੀਏ ਤਾਂ ਉਹਨਾਂ ਜਿਹੜੀ ਦੂਜੇ ਪਾਸੇ ਪਾਰਟੀਆਂ ਨੇ ਉਹ ਕਹਿ ਰਹੀਆਂ ਨੇ ਵੀ ਉਸ ਵੇਲੇ ਉਹ ਮੁੱਖ ਮੰਤਰੀ ਸੀ, ਮੁੱਖ ਮੰਤਰੀ ਦਾ ਫਰਜ਼ ਬਣਦਾ ਕਿ ਇੱਕ ਜਿਹੜੇ ਆਪਦੇ ਇੱਥੇ ਲਾਅ ਐਂਡ ਆਰਡਰ ਸਥਿਤੀ ਰੱਖੇ, ਇੱਕ ਵਾਰੀ ਫੋਨ ਤੇ ਗੱਲ ਕਰਨਾ, ਵੀ ਫੋਨ ਕਰਨਾ ਕਿਤੇ ਗੁਨਾਹ ਸੀ, ਕਿਉਂਕਿ ਉਹ ਕਹਿੰਦੇ ਸਾਨੂੰ ਦੋਸ਼ੀ ਮੰਨਿਆ ਜਾਂਦਾ, ਕਿਉਂਕਿ ਉਹਨਾਂ ਦੋਸ਼ੀ ਮੰਨਿਆ ਜਾਂਦਾ। ਪ੍ਰਕਾਸ਼ ਸਿੰਘ ਬਾਦਲ ਦੀ ਪਹਿਲਾਂ ਵੀ ਇੱਕ ਸਟੇਟਮੈਂਟ ਆਈ ਸੀ, ਤੁਹਾਨੂੰ ਲੱਗਦਾ ਵੀ ਲਗਾਤਾਰ ਪ੍ਰਕਾਸ਼ ਸਿੰਘ ਬਾਦਲ ਜੇ ਫੋਨ ਕਰਦੇ ਨੇ ਕਿ DG ਨੂੰ ਕਰਦੇ ਨੇ, ਉਹ ਵੀ ਕਿਤੇ ਨਾ ਕਿਤੇ ਇਹਨਾਂ ਦੀ ਭੂਮਿਕਾ ਸ਼ੱਕ ਦੇ ਘੇਰੇ 'ਚ? ਦੇਖੋ ਇੱਕ ਪੰਥਕ ਸਰਕਾਰ ਵੱਲੋਂ ਸਮੇਧ ਸੈਣੀ ਨੂੰ DGP ਲਾਣਾ, ਇਹੀ ਬੜੀ ਇੱਕ ਵੱਡੀ ਗਲਤ ਗੱਲ ਆ, ਕਿਉਂਕਿ ਇਹ ਉਹੀ ਸਮੇਧ ਸੈਣੀ ਆ ਜਿਹਦੇ ਤੇ ਜਿਹੜਾ ਮੁਲਤਾਨੀ ਆ ਉਹਦੇ ਪਰਿਵਾਰ ਨੂੰ ਕਤਲ ਕਰਨ ਦਾ ਦੋਸ਼ ਹੈ ਤੇ ਹਜ਼ਾਰਾਂ ਸਿੱਖਾਂ ਨੂੰ ਕਤਲ ਕਰਨ ਦਾ ਦੋਸ਼ ਇੱਥੇ ਆ। ਇਹਨੂੰ ਹੀ ਜਿਹੜੀ ਬਾਦਲ ਸਰਕਾਰ ਆ ਉਹ DGP ਬਣਾਉਂਦੀ ਆ। ਤੇ
ਇਹ ਮੈਂ ਨਹੀਂ ਇਸ ਗੱਲ ਨੂੰ ਮੰਨਦਾ ਵੀ ਇਹਦੇ ਵਿੱਚ ਬਾਦਲ ਨਹੀਂ ਇਨਵੋਲਵ। ਕਦੀ ਹੁਣ ਇੱਥੇ ਮੋਰਚਾ ਲੱਗਾ, ਇੱਕ ਪਲ ਪਲ ਦੀ ਖਬਰ ਪੂਰੀ ਆ ਸਰਕਾਰ ਕੋਲ, ਕਿੰਨੇ ਬੰਦੇ ਆ, ਕਿਹੜੀਆਂ ਜਥੇਬੰਦੀਆਂ ਪੰਜਾਬ ਚੋਂ ਕਿੱਥੇ ਆਈਆਂ। 2 ਦਿਨ ਪਹਿਲਾਂ ਸਾਨੂੰ ਅਗਲੇ ਫੋਨ ਕਰਨ ਲੱਗੇ ਵੀ ਤੁਸੀਂ ਜਾਣਾ ਬਰਗਾੜੀ। ਸਰਕਾਰ ਨੂੰ ਕੀੜੀ ਵੀ ਚੱਲਦੀ ਦੀਦੀ, ਕਿੰਨੀਆਂ ਏਜੰਸੀਆਂ ਥੱਲੇ ਕੰਮ ਕਰਦੀਆਂ ਪਈਆਂ। ਦੇਖੋ ਟਾਈਮ ਜਿਹੜੀ ਮੰਗਦੀ ਸਰਕਾਰ ਹੁੰਦੀ, ਟਾਈਮ 6 ਮਿੰਟ ਟਾਈਮ ਮੰਗਦੀ, ਲੱਗਦਾ ਸਮਾਂ ਦੇਣਾ ਚਾਹੀਦਾ ਫਿਰ। ਦੇਖੋ ਇੱਕ ਗੱਲ ਕਲੀਅਰ ਆ, ਸਰਕਾਰ ਨੇ ਕੋਈ ਇਨਸਾਫ ਨਹੀਂ ਕਰਨਾ, ਸਾਨੂੰ ਬਿਲਕੁਲ ਕਲੀਅਰ ਆ। ਕੋਈ ਨਾ ਇਨਸਾਫ ਹੋਇਆ, ਨਾ ਇਹਨਾਂ ਨੇ ਦੇਣਾ, ਨਾ ਸੰਵਿਧਾਨ ਦੇ ਵਿੱਚ ਕੋਈ ਐਸੀ ਪ੍ਰੋਵੀਜ਼ਨ ਆ। ਤੁਸੀਂ ਦੇਖੋ ਵੀ ਆ ਜਿਹੜਾ ਗੁਰਸੇਵਕ ਸਿੰਘ ਫੌਜੀ ਵਾਲਾ ਕੇਸ ਆ, 7 ਸਾਲ ਕੇਸ ਚੱਲਿਆ, 3 ਸਾਲ ਦੀ ਸਜ਼ਾ ਹੋਈ, ਉੱਥੇ ਹੀ ਉਹਨਾਂ ਨੇ ਜ਼ਮਾਨਤ ਲੈ ਲਈ। ਫੌਜੀ ਆਇਆ 5 ਵਜੇ ਘਰ, ਜਿਹਨੂੰ ਸਜ਼ਾ ਹੋਈ ਉਹ ਆ ਗਏ 4 ਵਜੇ ਘਰ। ਫੌਜੀ ਨੂੰ ਮਿਲਿਆ 1 ਗਨਮੈਨ, ਉਹਨਾਂ ਨੂੰ ਮਿਲਿਆ 10 ਗਨਮੈਨ, ਤੇ ਉਹ ਅਗਲੇ ਕੱਛਾ ਵਜਾਉਂਦੇ ਫਿਰਦੇ, ਕਹਿੰਦੇ ਤੂੰ ਸਾਡਾ ਕੀ ਕਰ ਲਿਆ। ਮਤਲਬ ਵੀ ਕਾਨੂੰਨ ਦੀ ਪ੍ਰਕਿਰਿਆ 295 3 ਸਾਲ ਸਜ਼ਾ, ਉਹ ਕਾਨੂੰਨ ਦੀ ਪ੍ਰਕਿਰਿਆ। ਚਲੋ ਤੇ ਆਪਾਂ ਅਦਾਲਤ ਤੇ ਦੀ ਗੱਲ ਕਰਦੇ, ਲੇਕਿਨ ਉਹ ਕਾਨੂੰਨ ਦੀ ਪ੍ਰਕਿਰਿਆ। ਲੇਕਿਨ ਆਪਾਂ ਗੱਲ ਕਰਦੇ ਹਾਂ ਸਰਕਾਰ ਨੂੰ ਆਪਣੀ ਬਗਰਾੜੀ ਵਾਲੀ ਗੱਲ ਦੀ ਗੱਲ ਕਰਦੇ ਹਾਂ ਵੀ 6 ਮਹੀਨੇ ਸਮਾਂ ਦੇਣਾ ਚਾਹੀਦਾ। ਦੇਖੋ ਜਿਹੜੀਆਂ ਸਿੱਖਾਂ ਦੀਆਂ ਭਾਵਨਾਵਾਂ ਨਾ, ਜਿਸ ਅਨੁਸਾਰ ਇਹ ਸਟੇਟ ਘੜੀ ਗਈ ਆ, ਜਿਸ ਤਰੀਕੇ ਦਾ ਸਰਕਾਰ ਸਿੱਖ ਇਸ ਸਟੇਟ ਨੂੰ ਬਣਾਉਣ ਦੇ ਵਿੱਚ ਇਨਵੋਲਵ ਸੀਗੇ, ਤੇ ਜਦੋਂ 1947 ਬਣਿਆ ਉਦੋਂ ਨਹੀਂ ਇਹਨਾਂ ਨੂੰ ਪਤਾ ਸੀ ਵੀ ਸਿੱਖਾਂ ਦੀਆਂ ਭਾਵਨਾਵਾਂ ਕੀ ਸੀਗੀਆਂ। ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਰੁਤਬਾ ਜੋ ਸਿੱਖਾਂ ਦੇ ਵਿੱਚ ਆ, ਕਿਸੇ ਕਮਿਊਨਿਟੀ 'ਚ ਵੀ ਉਹੋ ਜਿਹਾ ਰੁਤਬਾ ਕਿਸੇ ਹੋਰ ਕਮਿਊਨਿਟੀ 'ਚ ਨਹੀਂ ਹੈ। ਨਾ ਜਿਹੜੇ ਕ੍ਰਿਸਚਨ ਆ ਉਹਨਾਂ 'ਚ ਬਾਈਬਲ ਦਾ ਹੈਗਾ ਆ, ਨਾ ਮੁਸਲਮਾਨਾਂ 'ਚ, ਨਾ ਹਿੰਦੂਆਂ 'ਚ ਕਿਸੇ ਵੀ ਮੂਰਤੀ ਨੂੰ ਲੈ ਕੇ ਜਿਹਨੂੰ ਉਹ ਭਗਵਾਨ ਮੰਨਦੇ ਆ। ਪਰ ਸਿੱਖਾਂ ਦੇ ਵਿੱਚ ਜਿਹੜਾ ਸਰਵਉੱਚ ਜਿਹੜਾ ਪਦ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆ, ਤੇ ਜੇ ਅਸੀਂ ਸਰਵਉੱਚ ਮੰਨਦੇ ਆ ਤੇ ਉਹਦੇ ਅਕੋਰਡਿੰਗ ਫਿਰ ਕਾਨੂੰਨ ਵੀ ਹੋਣੇ ਚਾਹੀਦੇ ਆ। ਤੇ 75 ਸਾਲਾਂ 'ਚ ਜੇ ਕਾਨੂੰਨ ਹੀ ਨਹੀਂ ਇਹਦੇ ਅਕੋਰਡਿੰਗ ਇੱਕ ਐਡੀ ਵੱਡੀ ਕਮਿਊਨਿਟੀ ਦੇ ਲਈ ਬਣੇ, ਤੇ ਜਿਹਦੇ ਵਿੱਚ ਇੰਨੇ ਸਭ ਜੇ ਨਹੀਂ ਹੋਣੀਆਂ, ਤੇ ਫਿਰ ਕੌਮ ਕਿੰਨਾ ਕੁ ਚਿਰ ਨਾਲ ਚੱਲੂਗੀ। ਜਿਹੜਾ ਕਹਿੰਦੇ ਨਾ ਵੀ ਸਿੱਖ ਵੱਖਵਾਦੀ ਹੋ ਰਹੇ ਆ, ਤੇ ਫਿਰ ਕਿਉਂ ਨਹੀਂ ਵੱਖਵਾਦੀ ਹੋਣਗੇ। ਜੋ ਦਿੱਲੀ 'ਚ ਕਤਲੇਆਮ ਹੁੰਦਾ ਉਹਦਾ ਕੋਈ ਇਨਸਾਫ ਨਹੀਂ ਮਿਲਦਾ, ਪੰਜਾਬ ਦੇ ਵਿੱਚ ਵੱਡੇ ਵੱਡੇ ਕਈ ਕੇਸ ਆ, ਉਹਦਾ ਇਨਸਾਫ ਨਹੀਂ ਸਾਨੂੰ ਮਿਲਿਆ। ਹੁਣ ਬੇਅਦਬੀ ਹੋਈ, ਹੁਣ ਉਹਦਾ ਇਨਸਾਫ ਨਹੀਂ ਹੈਗਾ। ਜੇ ਸਟੇਟ ਦੀ ਪਹਿਲੀ ਗੱਲ ਜਿਹੜੀ ਹੁੰਦੀ ਉਹ ਜਸਟਿਸ ਤੇ ਖੜੀ ਹੁੰਦੀ ਆ। ਜੇ ਹਕੂਮਤ ਜਸਟਿਸ ਨਹੀਂ ਦੇ ਸਕਦੀ, ਫਿਰ ਉਹਨੂੰ ਸਿੱਖ ਉਸ ਦੇਸ਼ ਨਾਲ ਬੱਝੇ ਰਹਿਣਾ ਕੋਈ ਸਾਡੀ ਮਜਬੂਰੀ ਨਹੀਂ ਹੈਗੀ। ਬਿਲਕੁਲ ਟਾਈਮ ਦੀ ਗੱਲ ਕੀਤੀ ਜਾ ਰਹੀ ਹੈ, ਲਗਾਤਾਰ ਟਾਈਮ ਸਰਕਾਰ ਮੰਗਦੀ ਆ ਰਹੀ ਹੈ, ਹੁਣ ਟਾਈਮ ਦਿੱਤਾ ਜਾਵੇ। 7 ਸਾਲ ਹੋ ਗਏ ਨੇ, ਅੱਜ ਮੋਰਚੇ ਤੇ ਕੋਈ ਫੈਸਲਾ ਆਏਗਾ? ਮੋਰਚੇ ਨਾਲ ਖੜਨ ਲਈ ਲੋਕ ਤਿਆਰ ਨੇ, ਜਥੇਬੰਦੀ ਹੋਰ ਵੀ ਆ ਸਕਦੀਆਂ ਨੇ। ਜਿਹੜਾ ਤਾਂ ਹੈਗਾ ਨਾ ਟਾਈਮ ਦੇਣ ਦੀ ਗੱਲ, ਉਹ ਤਾਂ ਦੇਖੋ ਸੁਖਰਾਜ ਨੇ ਹੁਣ ਜਿਹੜਾ ਮੋਰਚਾ ਜਿਸ ਹਿਸਾਬ ਨਾਲ ਉਹ ਅਗਵਾਈ ਲੈ ਰਿਹਾ, ਉਹ ਅਗਵਾਈ ਕਰਦਾ ਪਿਆ, ਤੇ ਟਾਈਮ ਦੀ ਜਿਹੜੀ ਹੈਗੀ ਗੱਲਬਾਤ ਤੁਸੀਂ ਉਹਨਾਂ ਨਾਲ ਕਰ ਸਕਦੇ ਹੋ। ਮੈਂ ਇੱਥੇ ਆਪਣਾ ਅਗਰ ਓਪੀਨੀਅਨ ਦੇਣਾ ਹੋਵੇ, ਜਿੱਦਾਂ ਸਾਡੇ ਹਰੇਕ ਇੱਕ ਜਥੇਬੰਦੀ ਦਾ ਇੱਕ ਆਪਣਾ ਪੈਮਾਨਾ ਹੁੰਦਾ ਗੱਲ ਨੂੰ ਰੱਖਣ ਦਾ, ਗੱਲ ਨੂੰ ਸੋਚਣ ਦਾ। ਅਸੀਂ ਤਾਂ ਇਹ ਮੰਨਦੇ ਹਾਂ ਕਿ ਜਿਹੜੇ ਪਾਸੇ ਨੂੰ ਇਹ ਗੱਲ ਜਾ ਰਹੀ ਹੈ ਨਾ, ਜਿੱਦਾਂ ਅਸੀਂ ਇੰਡੀਅਨ ਜੁਡੀਸ਼ਰੀ ਤੋਂ ਚਾਹੁੰਦੇ ਹਾਂ ਕਿ ਇਹਦਾ ਨਿਆਂ ਹੋ ਜਾਵੇ, ਉਹਨਾਂ ਨੇ ਨਿਆਂ ਨਹੀਂ ਕਰਨਾ ਹੈਗਾ। ਜਿੱਦਾਂ ਹੁਣ ਨੋਬਲਜੀਤ ਸਿੰਘ ਉਹਨਾਂ ਨੇ ਦੱਸਿਆ ਕਿ 3 ਸਾਲ ਦੀ ਸਜ਼ਾ ਹੋਈ, ਤੇ 3 ਸਾਲ ਦੀ ਸਜ਼ਾ ਦੇ ਮੌਕੇ ਤੇ ਹੀ ਬੇਲ, ਅਤੇ ਬੰਦੇ ਜਿਹੜੇ ਦੋਸ਼ੀ ਸੀਗੇ ਉਹ ਜਿਹੜੇ ਗੁਰਸੇਵਕ ਸਿੰਘ ਫੌਜੀ ਸੀ ਉਹਨਾਂ ਤੋਂ ਪਹਿਲੇ ਘਰੇ ਪਹੁੰਚ ਗਏ। ਸੋ ਅਸੀਂ ਇਹਨਾਂ ਦੇ ਸਿਸਟਮ 'ਚੋਂ ਨਿਆਂ ਨਹੀਂ ਮੰਗਦੇ। ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਜਿੱਦਾਂ ਮੌਕੇ ਤੇ ਜੋ ਬਣਦੀ ਸਿੱਖਾਂ ਵੱਲੋਂ ਭੂਮਿਕਾ ਹੋਣੀ ਚਾਹੀਦੀ ਉਹ ਅਦਾ ਕਰਨੀ ਚਾਹੀਦੀ ਹੈ। ਤੇ ਜਿਹੜਾ ਸਮਾਂ ਦੇਣ ਵਾਲੀ ਗੱਲ ਹੈ, ਇੱਥੇ ਭਾਵੇਂ 7 ਦਿਨ ਦਾ ਦੇ ਦੇਣ ਚਾਹੇ 70 ਸਾਲਾਂ ਦਾ ਦੇ ਦੇਣ, ਇੱਥੇ ਨਿਆਂ ਨਹੀਂ ਹੋਣਾ। ਦਿੱਲੀ ਦੇ ਕਾਤਲਾਂ ਨੂੰ ਅੱਜ ਤੱਕ ਸਜ਼ਾਵਾਂ ਨਹੀਂ ਮਿਲੀਆਂ, ਉਹ 40 ਸਾਲ ਹੋਣ ਲੱਗੇ ਆ, ਤੇ ਇਹ ਤਾਂ ਕੋਈ ਗੱਲਾਂ ਹੈ ਨਹੀਂ ਜਿਹੜੇ ਹਿਸਾਬ ਨਾਲ ਇਹ ਮੋਰਚਾ ਜਿਹੜਾ ਇਹਦੇ ਤੇ ਕੰਮ ਚੱਲ ਰਿਹਾ। ਬਿਲਕੁਲ ਨਵਜੋਤ ਦੇਖਿਆ ਕਿ ਅਲੱਗ-ਅਲੱਗ ਰਹੇ ਨੇ, ਲੇਕਿਨ ਸਿੱਖ ਜਥੇਬੰਦੀਆਂ ਕਹਿਣਾ ਕਿ ਸਾਨੂੰ ਕੋਈ ਉਮੀਦ ਨਹੀਂ ਹੈ ਇਨਸਾਫ ਦੀ, ਕਿਉਂਕਿ ਇੰਨੇ ਸਾਲ ਪਹਿਲਾਂ ਹੋ ਗਏ ਨੇ, ਪਹਿਲਾਂ ਸਾਨੂੰ 83 ਇਨਸਾਫ ਨਹੀਂ ਮਿਲ ਸਕਿਆ। ਤੇ ਲੇਕਿਨ ਹੁਣ ਜਿਹੜਾ ਬਗਰਾੜੀ ਬੇਅਦਬੀ ਤੋਂ ਬਾਅਦ ਜਿਹੜੇ ਕੋਈ ਸਿੰਘ ਸ਼ਹੀਦ ਹੋਏ ਸੀ, ਉਹਨਾਂ ਦੇ ਇਨਸਾਫ ਦੀ ਉਮੀਦ ਵੀ ਜਿਹੜੀ ਉਹਨਾਂ ਨੂੰ ਘਟ ਜਾਪਦੀ ਹੈ। ਜੀ ਬਿਲਕੁਲ ਦੇਵਨੰਦ, ਜਿਹੜੀ ਇਹਨਾਂ ਦੀ ਰਾਏ ਸੀ ਉਹ ਜ਼ਰੂਰ ਅਸੀਂ ਤੁਹਾਡੇ ਕੈਮਰੇ ਦੀ ਨਜ਼ਰ ਨਾਲ ਵੇਖ ਤੇ ਸੁਣ ਰਹੇ ਸੀ ਕਿ ਇਹ ਲੋਕ ਆਪੋ ਆਪਣੀ ਓਪੀਨੀਅਨ ਦੇ ਰਹੇ ਆ। ਪਰ ਕੀ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਅੱਜ ਪੰਥਕ ਇਕੱਠ ਸੱਦਿਆ ਗਿਆ ਹੈ, ਔਰ ਜਿਵੇਂ ਉਸ ਦਿਨ ਸਰਕਾਰ ਦੇ ਵਜ਼ੀਰ ਨੂੰ, ਸਪੀਕਰ ਨੂੰ ਮੁੜਨਾ ਪਿਆ ਸੀ, ਉਹਨਾਂ ਨੂੰ ਕਿਹਾ ਸੀ ਅਸੀਂ ਆਪਣੀ ਰਾਏ ਕਰਕੇ, ਗੱਲ ਕਰਕੇ ਅਗਲੀ ਜਿਹੜੀ ਸਾਡਾ ਫੈਸਲਾ ਹੋਏਗਾ ਅਸੀਂ ਆਪ ਵਿਚਾਰਾਂਗੇ, ਕਿ ਕੋਈ ਰਾਹ ਲੱਭਿਆ ਜਾ ਰਿਹਾ, ਕੋਈ ਇਦਾਂ ਦੀ ਡਿਪਲੋਮੈਟਿਕ ਪਾਲਿਸੀ ਹੋਰ ਅਪਣਾਈ ਜਾ ਰਹੀ ਹੈ ਵੀ ਸਰਕਾਰ ਦੇ ਉੱਤੇ ਪ੍ਰੈਸ਼ਰ ਕ੍ਰੀਏਟ ਕੀਤਾ ਜਾਵੇ, ਕਿਉਂਕਿ ਇਸ ਮਸਲੇ ਨੂੰ ਹੱਲ ਕਰਦੀ ਇਹ ਤੀਜੀ ਸਰਕਾਰ ਤੇ ਚੌਥਾ ਰਜੀਮ ਕਹਿ ਸਕਦੇ ਹਾਂ ਕਿ ਜਿਹੜਾ ਪੰਜਾਬ ਦੇ ਵਿੱਚ ਬਦਲ ਗਿਆ।
ਬਿਲਕੁਲ ਨਵਜੋਤ, ਕਿਉਂਕਿ ਗੱਲ ਸਾਰੇ ਰੱਖ ਰਹੇ ਨੇ ਆਪਣੀ ਓਪੀਨੀਅਨ ਜਿਹੜੇ ਰੱਖੇ ਜਾ ਰਹੇ, ਰਾਏ ਕੀਤੀ ਜਾ ਰਹੀ ਹੈ ਕਿ ਆਖਰਕਾਰ, ਕਿਉਂਕਿ ਤਕਰੀਬਨ ਜਿਹੜੇ ਲੋਕ ਨੇ ਸਾਰੇ ਹੀ ਕਹਿ ਰਹੇ ਨੇ ਸਮਾਂ ਨਹੀਂ ਦਿੱਤਾ ਜਾਣਾ ਚਾਹੀਦਾ, ਟਾਈਮ ਨਹੀਂ ਦਿੱਤਾ ਜਾਣਾ ਚਾਹੀਦਾ। ਇੱਥੋਂ ਤੱਕ ਕਿਹਾ ਜਾ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਾਹਰ ਜਿਹੜਾ ਧਰਨਾ ਲਾਇਆ ਜਾਵੇ। ਸਾਢੇ ਤੋਂ ਪਹਿਲਾਂ ਬਗਰਾੜੀ ਮੋਰਚਾ ਲੱਗਾ ਸੀ, ਧਿਆਨ ਸਿੰਘ ਮੰਡਰੀ ਉੱਥੇ ਬੈਠੇ ਸੀ, ਬਲਜੀਤ ਸਿੰਘ ਦਾਦੂਵਾਲ ਸੀ, ਜਸਕਰਨ ਸਿੰਘ ਕਾਹਲ ਸਿੰਘ ਆ, ਉਹਦੇ ਪੁਰਾਣੇ ਵਕਤ ਜਿਹੜੇ ਨੇ ਪਹਿਲਾਂ ਮੋਰਚੇ ਸੀ, ਪਹਿਲਾ ਮੋਰਚਾ ਲੱਗਿਆ ਸੀ ਜੀ, ਉਦੋਂ ਬੜਾ ਜਿਹੜਾ ਹਾਲਾਤ ਹੋਰ ਸੀ। ਹੁਣ ਜਿਹੜੇ ਮੋਰਚੇ ਗੱਲ ਕੀਤੀ ਜਾਂਦੀ, ਅਗਰ ਇੱਥੋਂ ਕੋਈ ਵੀ ਇੱਥੇ ਰਹਿ ਕੀਤੀ ਜਾਂਦੀ ਹੈ ਤਾਂ ਉਹਦਾ ਫੈਸਲਾ ਜਿਹੜਾ ਮੰਨਿਆ ਜਾਂਦਾ ਹੈ, ਲੱਗਦਾ ਵੀ ਦੁਬਾਰਾ ਫਿਰ ਉਸ ਤਰ੍ਹਾਂ ਮੋਰਚੇ ਨੂੰ ਰੂਪਰੇਖਾ ਦਿੱਤੀ ਜਾਊਗੀ। ਇਸ ਸੰਘਰਸ਼ ਨੂੰ 7 ਸਾਲ ਹੋ ਗਏ ਲਗਾਤਾਰ ਲੜਦਿਆਂ ਨੂੰ। ਜਦੋਂ 2018 ਦੇ ਵਿੱਚ ਸੰਘਰਸ਼ ਚੱਲਿਆ ਸੀ, ਉਸ ਸਮੇਂ ਸਰਸੇ ਵਾਲੇ ਦੋਸ਼ੀ ਸਾਹਮਣੇ ਆਏ ਸੀ, ਜਿਹੜੇ ਕਟਹਿਰੇ ਦੇ ਵਿੱਚ ਖੜੇ ਕੀਤੇ ਗਏ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਿਧਾਨ ਸਭਾ ਦੇ ਵਿੱਚ ਪੜ੍ਹੀ ਗਈ ਤੇ ਜਿਹੜੀ ਅਣਪਛਾਤੀ ਪੁਲਿਸ ਸੀ, ਜਿੱਥੇ ਆਪਾਂ ਖੜੇ ਆ, ਉਸ ਸਮੇਂ ਬਾਦਲ ਨੇ ਅਣਪਛਾਤੀ ਕਹਿਤਾ ਸੀ। ਉਹ ਦੋਸ਼ੀ ਸੀ ਜਿਹੜੇ ਉਮਰਾ ਨੰਗਲ, ਐਸਐਸਪੀ ਸ਼ਰਮਾ ਕਲਾਰ, ਉਹ ਕਟਹਿਰੇ ਦੇ ਵਿੱਚ ਖੜੇ ਹੋਏ। ਕੋਟਕਪੂਰੇ ਗੋਲੀकांड ਹੋਇਆ ਸੀ ਅਜੀਤ ਸਿੰਘ ਦੇ ਨਾਂ ਤੇ, ਜਿਹੜੀ ਐਫਆਈਆਰ ਦਰਜ ਹੋਈ ਸੀ 7 ਅਗਸਤ ਨੂੰ, ਉਹਦੇ ਵਿੱਚ ਦੋਸ਼ੀ ਸੀ ਜਿਹੜੇ, ਉਹ ਵੀ ਜ਼ਮਾਨਤਾਂ ਕਰਾ ਚੁੱਕੇ ਆ। ਇਹ ਜਿਹੜੇ ਕੇਸ ਆ ਸਾਰੇ ਅਦਾਲਤਾਂ ਦੇ ਵਿੱਚ ਚੱਲ ਰਹੇ ਆ। 7 ਸਾਲ ਤੋਂ ਅਸੀਂ ਜਦੋਜਹਿਦ ਕਰ ਰਹੇ ਆ। ਹੁਣ ਜਿਹੜਾ ਪਰਿਵਾਰ ਵੱਲੋਂ ਜੋ ਸੁਖਰਾਜ ਸਿੰਘ ਇੱਥੇ ਬੈਠਾ ਹੈ, ਅਸੀਂ ਉਹਦੇ ਨਾਲ ਮੋਢਾ ਜੋੜ ਕੇ ਖੜੇ ਆ। ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਲੜਾਈ ਲੜਾਂਗੇ। ਪਹਿਲਾਂ ਬਾਦਲ ਸਰਕਾਰ ਨੇ ਸਿੱਖਾਂ ਦੇ ਉੱਤੇ ਜ਼ਬਰ ਜ਼ੁਲਮ ਕੀਤਾ, ਸਾਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ, ਸਰਬੱਤ ਖਾਲਸਾ ਹੋਇਆ, ਦੇਸ਼ ਧਰੋਹ ਵਰਗੀਆਂ ਧਾਰਾਂ ਲਾ ਕੇ ਦੋਸ਼ੀਆਂ ਨੂੰ ਬਚਾਉਣ ਵਾਸਤੇ ਸਾਰਾ ਕੁਝ ਕੀਤਾ, ਸਰਸਲ ਨੂੰ ਮਾਫੀ ਦਿੱਤੀ। ਤੇ ਉਸ ਤੋਂ ਬਾਅਦ ਕੈਪਟਨ ਨੇ ਵਾਅਦਾ ਕੀਤਾ ਸਿੱਖ ਸੰਗਤਾਂ ਦੇ ਨਾਲ ਗੁਟਕਾ ਫੜ ਕੇ ਸਹੁੰ ਖਾਧੀ, ਪਰ ਉਹ ਵੀ ਮੁੱਕਰ ਗਿਆ। ਤੇ ਉਸ ਤੋਂ ਬਾਅਦ ਚੰਨੀ ਬਣਿਆ, ਉਹਨੇ ਵੀ ਕੇਸਾਂ ਦੇ ਵਿੱਚ ਕੁਝ ਨਹੀਂ ਕੀਤਾ। ਇਹ ਸਾਰੇ ਕੇਸ ਆ ਜਿਹੜੇ ਬੁਰਜਵਾਰ ਸਿੰਘ ਵਾਲੇ ਅਲੱਗ ਹੈ, ਬਰਗਾੜੀ ਵਾਲੇ, ਬਹਿਬਲ ਵਾਲੇ, ਕੋਟਕਪੂਰੇ ਵਾਲੇ, ਇਹਦੇ ਵਿੱਚ ਕੋਈ ਵਕੀਲ ਆ ਚੱਜ ਨਾਲ ਜਾਂਦੇ ਨਹੀਂ। ਕਈਆਂ ਤੇ ਸਟੇ ਹੋਇਆ ਵੀ ਹੈ ਤੇ ਕਈ ਜਿਹੜੇ ਆ ਇਹ ਵਕੀਲ ਆ ਉਹ ਧਿਰ ਵੱਲ ਖੜਦੇ ਸੀ, ਆਪਣੀ ਪੰਥ ਵੱਲ, ਉਹ ਦੂਸਰੇ ਪਾਸੇ ਚਲੇ ਗਏ ਆ। ਆਹੀ ਗੱਲ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਬਿਲਕੁਲ ਠੀਕ ਹੈ, ਕਿਉਂਕਿ ਅਲੱਗ-ਅਲੱਗ ਕੇਸ ਨੇ, ਬਗਰਾੜੀ ਬੇਦਬੀ ਤੇ ਬਹਿਬਲ ਗੋਲੀकांड ਤੇ ਕੋਟਕਪੂਰਾ ਗੋਲੀकांड। ਸਭ ਤੋਂ ਵੱਡੀ ਗੱਲ ਹੈ ਕਿ ਠੀਕ ਹੈ ਦੇਵਾਨੰਦ, ਤੁਸੀਂ ਆਪਣੀ ਗੱਲਬਾਤ ਨੂੰ ਜਾਰੀ ਰੱਖੋ, ਮੁੜ ਤੋਂ ਤੁਹਾਡੇ ਕੋਲੇ ਪਰਤਾਂ